असलामुअलैकुम वीडियो ਦੇ ਵਲੌਗ ਕੀ ਹਾਲ ਹੈ ਠੀਕ ਹੋ ਸੇ ਠੀਕ ਹੈ ਫਿਟ ਫਾਟ ਹੋ ਸਾਰੇ ਤੇ ਮੈਂ ਇੱਕ ਦਫਾ ਫਿਰ ਆ ਗਿਆ ਤੁਹਾਡੇ ਆਪਣੇ ਵਲੌਗ ਸ਼ਾਨੀ 99 ਚੈਨਲ ਤੋਂ ਸ਼ਾਨੀ 99 ਕਿਚਨ ਤੋਂ ਤੇ ਵੀਡੀਓ ਅੱਜ ਜਿਹੜਾ ਨਾ ਮੈਂ ਤੁਹਾਨੂੰ ਕੱਲ ਗੱਲ ਕੀਤੀ ਸੀ ਅਸੂ ਦਾ ਜਿਹੜਾ ਮੌਸਮ ਹੈ ਨਾ ਇਹ ਖੁੱਡੇ ਖਸੂ ਹੈ ਕੱਲ ਜਿਹੜਾ ਨਾ ਭਾਈ ਜੀ ਸਪੇਨ ਵਿੱਚ ਚੰਗੀ ਪਾਕਿਸਤਾਨ ਵਿੱਚ ਜਿਹਨੂੰ ਪਤਾ ਕੋਈ ਨਹੀਂ ਲੱਗਦਾ ਕਿ ਦਿਹਾੜੇ ਗਰਮੀ ਚੰਗੀ ਹੋ ਜਾਂਦੀ ਧੁੱਪ ਟਕਾ ਕੇ ਪੈਂਦੀ ਤੇ ਦੂਜੇ ਦਿਹਾੜੇ ਮੌਸਮ ਜਿਹੜਾ ਨਾ ਇੰਝ ਦਾ ਹੋ ਜਾਂਦਾ ਤੱਕਦੇ ਹੋ ਆਵਾਜ਼ ਆਉਂਦੀ ਹੋਣੀ ਹੈ ਵੀ ਤੁਹਾਨੂੰ ਬੱਦਲ ਜਿਹੜਾ ਨਾ ਉਹ ਗਰਜਦਾ ਪਿਆ ਇੱਥੇ ਵੀ ਸਪੇਨ ਵੀ ਤੇ ਸੇਮ ਜਿਹੜਾ ਨਾ ਪਾਕਿਸਤਾਨ ਵਾਲਾ ਹਿਸਾਬ ਹੈ ਮੌਸਮ ਇਹ ਜਿਹੜਾ ਮੌਸਮ ਹੈ ਨਾ ਬਹੁਤ ਖਤਰਨਾਕ ਮੌਸਮ ਹੈ ਤੇ ਇਸ ਮੌਸਮ ਦੇ ਵਿੱਚ ਭਾਈ ਜੀ ਇਸ ਗੱਲੇ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਵੀ ਆਇਆ ਕਿ ਜਿਨ੍ਹਾਂ ਦੋਸਤਾਂ ਕੋਲ ਤਾਦਾਦ ਵਿੱਚ ਕਬੂਤਰ ਸਿਲੈਕਟ ਹੋਏ ਹੋਣੇ ਨੇ ਚੰਗੇ ਸ਼ਾਮੀ ਬਹਿਣ ਵਾਲੇ ਉਸ ਬੰਦੇ ਨਹੀਂ ਇਹ ਅਸੂ ਜਿਹੜਾ ਉਹ ਜਿੱਤਣਾ ਕਿਉਂਕਿ ਕਬੂਤਰ ਨਵੇਂ ਤੁਸੀਂ ਪਾ ਸਕਦੇ ਹੋ ਮਗਰ ਜੇ ਚੰਗੇ ਹੋਣ ਦੇ ਤੇ ਨਵੇਂ ਡਾਓ ਦੇ ਤੇ ਪਾਓ ਦੇ ਬਾਕੀ ਜਿਤਨੇ ਵੀ ਵੀਰ ਭਰਾ ਨੇ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਵਾਕਈ ਯਾਰ ਕੋਈ ਗੱਲ ਇਹ ਹੈ ਜਾਂ ਨਹੀਂ ਹੈ ਇਹ ਮੌਸਮ ਠੀਕ ਹੈ ਜਾਂ ਜੇਠ ਠੀਕ ਹੈ ਜੇਠ ਵੀ ਤੇ ਚਲੋ ਪੂਰੇ ਹੋ ਹੀ ਜਾਂਦੇ ਨੇ ਨਾ ਬੰਦਿਆਂ ਦੇ ਤੇ ਜਿਹੜਾ ਇਹ ਮੌਸਮ ਅਸੂ ਹੈ ਨਾ ਇਹਦੇ ਵਿੱਚ ਕਬੂਤਰ ਜਿਹੜੇ ਨੇ ਉਹ ਜਿਸ ਵੀਰ ਭਰਾ ਨੇ ਪੂਰੇ ਕਰ ਲੈਣੇ ਨੇ ਕਬੂਤਰ ਉਹ ਹੀ ਭਾਈ ਜੀ ਕਾਮਯਾਬ ਹੋ ਜਾਣਾ ਉਹਦੀਆਂ ਹੀ ਐਵਰੇਜ ਵੀ ਬਣਨੀ ਹੈ ਤੇ ਉਹਦਾ ਹੀ ਆਖਰੀ ਵੀ ਜਿੱਤਣਾ ਤੇ ਬਾਕੀ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਸ਼ੌਕ ਹੁੰਦਾ ਪਿਆ ਸ਼ੌਕ ਤੇ ਭਾਈ ਜੀ ਇਸ ਟਾਈਮ ਫੁੱਲ ਅਰੂਜ ਤੇ ਹੈ ਬੜੇ ਨਾਂ ਜਿਹੜੇ ਨੇ ਨਾ ਉਹ ਕਬੂਤਰਬਾਜ਼ੀ ਵਾਲੇ ਕਬੂਤਰਬਾਜ਼ ਜਿਹੜੇ ਨੇ ਉਹ ਕਬੂਤਰਬਾਜ਼ੀ ਵਿੱਚ ਆਉਂਦੇ ਨੇ ਪਏ ਤੇ ਬੜੀ ਜ਼ਬਰਦਸਤ ਗੱਲ ਹੈ ਭਾਈ ਜੀ ਨਵੇਂ ਤੋਂ ਨਵਾਂ ਜਿਸ ਟਾਈਮ ਕੋਈ ਨਾ ਆਵੇ ਦਾ ਸ਼ੌਕ ਵੀ ਤਾਂ ਫਿਰ ਸ਼ੌਕ ਹੋਰ ਵੱਧਦਾ ਹੈ ਸ਼ੌਕੀਨ ਜਿਹੜੇ ਸਾਡੇ ਹਾਰ ਦੇ ਤੱਕਣ ਵਾਲੇ ਬੰਦੇ ਨੇ ਉਹ ਫਿਰ ਆਖਦੇ ਨੇ ਯਾਰ ਇਹ ਮੁਕਾਬਲਾ ਹੁਣ ਤੱਕਣ ਵਾਲਾ ਹੋਣਾ ਕਿ ਭਾਈ ਜੀ ਇਹ ਕਬੂਤਰ ਕਿਹਦੇ ਚੰਗੇ ਉੱਡਣ ਦੇ ਤੇ ਇਹ ਭਾਈ ਜੀ ਇਹ ਸ਼ੌਕੀਨਾਂ ਨੂੰ ਇਹ ਹੀ ਚਾਹੀਦਾ ਹੁੰਦਾ ਹੈ ਜਿਹੜੇ ਸਾਡੇ ਹਾਰ ਦੇ ਬੰਦੇ ਨੂੰ ਉਹਨਾਂ ਨੂੰ ਕੀ ਹੋਰ ਚਾਹੀਦਾ ਹੁੰਦਾ ਕਿ ਯਾਰ ਨਵੇਂ ਤੋਂ ਨਵਾਂ ਜਿਹੜਾ ਨਾ ਨਵੀਂ ਛੱਤ ਕੋਈ ਬਣਦੀ ਹੈ ਜਾਂ ਤਿਆਰ ਹੁੰਦੀ ਹੈ ਜਿੰਨ ਕਰ ਅਸੀਂ ਹੁਣ ਪਰਦੇਸੀ ਹਾਂ ਅਸੀਂ ਇੱਥੇ ਬਹਿ ਕੇ ਸ਼ੌਕ ਤੱਕਣਾ ਹੁੰਦਾ ਹੈ ਅਸੀਂ ਇੱਥੇ ਬਹਿ ਕੇ ਤੁਹਾਡੇ ਨਾਲ ਗੱਪਸ਼ਪ ਮਾਰਨੀ ਹੁੰਦੀ ਸਾਰਿਆਂ ਵੀਰਾਂ ਭਰਾਵਾਂ ਨਾਲ ਤੇ ਇਸ ਗੱਲੇ ਜਿਤਨਾ ਛੱਤਾਂ ਜਿਤਨੀਆਂ ਨਵੀਆਂ ਬਣਦੀਆਂ ਔਰ ਚੰਗੀਆਂ ਛੱਤਾਂ ਬਣਦੀਆਂ ਨੇ ਜੇ ਟਾਈਮ ਚੰਗੀ ਛੱਤ ਬਣਦੀ ਹੈ ਨਾ ਫਿਰ ਹੀ ਜਨਾਬ ਮਨੋ ਫਿਰ ਜ਼ਹਿਰੀ ਗੱਲ ਪਤਾ ਹੁੰਦਾ ਬੰਦੇ ਨੂੰ ਚੰਗੀ ਛੱਤ ਬਣੀ ਹੈ ਭਾਈ ਜੀ ਕਬੂਤਰ ਵੀ ਚੰਗੇ ਉੱਡਣ ਦੇ ਤੇ ਜਿਸ ਟਾਈਮ ਕਬੂਤਰ ਚੰਗੇ ਉੱਡਦੇ ਨੇ ਤੇ ਆਟੋਮੈਟਿਕ ਫਿਰ ਜਿਹੜਾ ਉਹ ਜਿਹੜੇ ਸ਼ੌਕੀਨ ਹੁੰਦੇ ਨੇ ਉਹਨਾਂ ਨੂੰ ਪਈ ਜਨਾਬ ਮਨ ਸ਼ੌਕ ਤੱਕਣੇ ਦੀ ਚਾਹ ਆਉਂਦੀ ਹੈ ਤੇ ਮੌਸਮ ਭਾਈ ਜੀ ਬਿਲਕੁਲ ਜਿਹੜਾ ਨਾ ਬਿਲਕੁਲ ਬੜਾ ਖ਼ਰਾਬ ਮੌਸਮ ਹੋਇਆ ਜੀ ਤਾਕ ਲੋ ਉੱਤੇ ਤੱਕ ਉਹ ਬੱਦਲ ਕਿੰਝ ਬਣੇ ਨੇ ਤੇ ਬੰਦੇ ਵੀ ਜਿਹੜਾ ਨਾ ਹੁਣ ਪੁੱਲ ਤੋਂ ਉਹ ਭਜਦੇ ਫਿਰਦੇ ਨੇ ਪਏ ਲੰਘਦੇ ਜਾਂਦੇ ਨੇ ਪਏ ਤੇ ਚੈੱਕ ਕਰੋ ਯਾਰ ਨਾਲੋਂ ਨਾਲ ਕਬੂਤਰਾਂ ਦੀਆਂ ਤੇ ਗੱਪਾਂ ਮਾਰਦੇ ਆਉਂਦੇ ਆ ਪਏ ਉਹ ਪਰਲਾ ਜਿਹੜਾ ਪੁੱਲ ਬਣੇ ਆ ਜਿਹਨਾਂ ਉਹ ਤੱਕਿਆ ਜੇ ਉਹ ਬਿਲਕੁਲ ਸੀਮੈਂਟ ਦਾ ਜੇ ਤੇ ਇਹ ਬਿਲਕੁਲ ਲੋਹੇ ਦਾ ਜਿਹਾ ਜਿਹੜਾ ਤੁਸੀਂ ਤੱਕਦੇ ਹੋ ਪਏ ਬੜੇ ਜਿਹੜਾ ਖੂਬਸੂਰਤ ਜਿਹੜਾ ਨਾ ਇਹਨਾਂ ਨੇ ਇਹ ਪੁੱਲ ਬਣਾਏ ਨੇ ਤੇ ਜਿਤਨਾ ਜਿਹੜਾ ਨਾ ਕਿਹਾ ਦੇ ਇਹਨੂੰ ਯਾਰ ਦੋਸਤ ਵੀਰ ਭਰਾ ਫਿਰ ਤਾਂ ਵੀ ਜ਼ਹਿਰੀ ਗੱਲ ਹੈ ਜਦੋਂ ਕਬੂਤਰ ਪੈ ਜਾਂਦੇ ਨੇ ਤਾਂ ਫਿਰ ਆਟੋਮੈਟਿਕ ਤੁਸੀਂ ਉਹਨਾਂ ਨੂੰ ਰੋਕ ਤਾਂ ਸਕਦੇ ਨਹੀਂ ਹੋ ਫਿਰ ਤੇ ਉਹਨਾਂ ਨੂੰ ਦੇਣੀ ਹੁੰਦੀ ਹੈ ਤੇ ਇਹਦੇ ਵਿੱਚ ਇਸ ਮੌਸਮ ਵਿੱਚ ਸਾਰਿਆਂ ਤੋਂ ਜ਼ਿਆਦਾ ਖਤਰਾ ਜਿਹੜਾ ਨਾ ਉਹ ਭਾਈ ਜੀ ਇਹ ਹੀ ਹੈ ਕਿ ਮੌਸਮ ਤੁਹਾਡੇ ਕਬੂਤਰ ਬਚੇ ਰਹਿਣ ਤੇ ਤਾਂ ਹੀ ਐਂਡ ਤੱਕ ਕੰਮ ਹੋਣਾ ਨਹੀਂ ਤੇ ਇਹ ਜੇਠ ਤੋਂ ਵੀ ਜ਼ਿਆਦਾ ਜਿਹੜਾ ਨਾ ਉਹ ਖਤਰਨਾਕ ਮੌਸਮ ਨੇ ਕਿਉਂਕਿ ਪੂਰੇ ਸਾਲ ਦੇ ਜਿਹੜੇ ਕਬੂਤਰ ਜੇਠ ਵਿੱਚ ਸ਼ਾਮਾਂ ਬੈਠੇ ਹੁੰਦੇ ਨੇ ਨਾ ਉਹ ਅਸੂ ਵਿੱਚ ਰਾਤਾਂ ਰਹਿ ਜਾਂਦੇ ਮਿਸਾਲ ਦੇ ਤੌਰ 'ਤੇ ਇੱਕ ਬੰਦਾ ਆਖਦਾ ਵਾ ਮੈਂ ਜੇਠ ਵਾਲੇ ਕਬੂਤਰ ਜਿਹੜੇ ਨੇ ਉਹ ਅਸੂ ਵਿੱਚ ਪਾ ਲੈਣਾ ਬੇਸ਼ੱਕ ਉਹਦੇ ਰਾਤ 'ਤੇ ਲੱਗੇ ਹੋਣ ਦੇ ਮਗਰ ਜ਼ਹਿਰੀ ਗੱਲ ਹੈ ਜਿਹੜਾ ਜੇਠ ਵਿੱਚ ਸ਼ਾਮੀ ਕਬੂਤਰ ਹਨੇਰੇ ਵਿੱਚ ਬਹਿੰਦਾ ਉਹਦੇ ਵਾਸਤੇ ਅਸੂ ਦਾ ਮੌਸਮ ਜਿਹੜਾ ਉਹ ਕੱਖ ਵੀ ਨਹੀਂ ਤੇ ਜੇ ਤੇ ਅਗਰ ਉਹ ਕਬੂਤਰ ਸਾਦਾ ਸ਼ਾਮੀ ਹਨੇਰੇ 'ਤੇ ਬਹਿੰਦਾ ਤਾਂ ਫਿਰ ਤਾਂ ਉਹ ਚੋਖਾ ਚੰਗਾ ਕਬੂਤਰ ਹੈ ਬਈ ਅਸੂ ਜੇ ਜੇਠ ਵਿੱਚ ਉਹਨੂੰ ਹਲਕਾ ਫੁਲਕਾ ਪਾਣੀ ਦੇ ਕੇ ਗਰਮ ਕਰਕੇ ਸ਼ਾਮੀ ਬਹਿੰਦਾ ਤੇ ਤਾਂ ਤੇ ਜੇ ਨਹੀਂ ਤੇ ਭਾਈ ਜੀ ਜਿਹੜਾ ਮੌਸਮ ਅਸੂ ਹੈ ਨਾ ਅਸੂ ਦੇ ਵਿੱਚ ਜਿਹੜਾ ਕਬੂਤਰ ਆਪੂ ਸਾਦਾ ਉੱਡ ਕੇ ਸ਼ਾਮੀ ਬਵੇ ਤੇ ਜੇਠ ਵਿੱਚ ਹਲਕਾ ਫੁਲਕਾ ਗਰਮ ਕਰਕੇ ਉਹਦੇ ਜਿਹਾ ਤੇ ਕਬੂਤਰ ਹੀ ਕੋਈ ਨਹੀਂ ਜਾਂ ਉਹਦੇ ਜਿਹੜਾ ਸਿਆਣਾ ਕਬੂਤਰ ਮੈਂ ਸਮਝਣਾ ਫਿਰ ਹੈ ਹੀ ਕੋਈ ਨਹੀਂ ਕਿ ਜਿਹੜਾ ਭਾਈ ਜੀ ਇੰਝ ਪ੍ਰਵਾਸ ਕਰੇ ਤੇ ਉਹ ਭਾਈ ਜੀ ਬੜਾ ਅੱਛਾ ਕਬੂਤਰ ਹੁੰਦਾ ਤੇ ਉਹ ਜਿਹੜੇ ਇੰਝ ਦੇ ਕਬੂਤਰ ਹੁੰਦੇ ਨੇ ਨਾ ਜਿਹੜੇ ਜੇਠੀਏ ਇੰਝ ਦੇ ਕਬੂਤਰ ਹੁੰਦੇ ਨੇ ਇਹ 2 2.5 3 ਇਹਨਾਂ ਦੀ ਆਪਣੀ ਪ੍ਰਵਾਸ ਹੁੰਦੀ ਹੈ ਤੇ ਤਾਂ ਇਹ ਕਬੂਤਰ ਜਿਹੜੇ ਨੇ ਜੇਠ ਵਾਲੇ ਨੇ ਇਹ ਫਿਰ ਜੇਠ ਵਾਸਤੇ ਸਿਲੈਕਟ ਹੁੰਦੇ ਨੇ ਤੇ 2 2.5 3 ਵਾਲੇ ਬਹੁਤ ਘੱਟ ਕਬੂਤਰ ਜਿਹੜਾ ਸ਼ਾਦਰ ਨਾਦਰ ਬੰਦਿਆਂ ਕੋਲ ਹੀ ਹੁੰਦੇ ਨੇ ਤੁਸੀਂ ਤੱਕ ਲਿਆ ਸ਼ੌਕ ਸਾਰਾ ਤੱਕ ਲਿਆ
ਯੂਨੀਵਰਸਿਟੀਆਂ ਦੇ ਵੀ ਤੁਸੀਂ ਸ਼ੌਕ ਤੱਕ ਲਏ ਨੇ, ਕਿਤਨੇ ਕੁ ਕਬੂਤਰ ਉੱਡੇ ਨੇ ਜਾਂ ਕਿਤਨੇ ਕੁ ਜਾ ਕੇ ਕਬੂਤਰ ਕਿਤਨੀਆਂ ਫਿਰਤਾਂ ਵਿੱਚ ਬੰਦਿਆਂ ਦੇ 3 ਤੋਂ ਪਾਰ ਜਿਹੜੇ ਨੇ ਉਹ 7 ਕਬੂਤਰ ਬੈਠੇ ਨੇ, ਕੋਈ ਨਹੀਂ, ਬੜੀ ਔਖੀ ਗੱਲ ਹੁੰਦੀ ਹੈ। ਇਸ ਗੱਲੇ ਕਬੂਤਰ ਜਿਹੜੇ ਜੇਠ ਵਿੱਚ ਨੇ ਨਾ ਭਾਈ ਜੀ, ਜੇਠ ਵਿੱਚ ਕਬੂਤਰ ਜਿਹੜੇ ਨੇ ਉਹ ਤੁਹਾਡੇ ਉਹ ਹੀ ਚੱਲਣ ਦੇ, ਜਿਹੜੇ ਉਸਤਾਦ ਉਹ ਹੀ ਸਿਲੈਕਟ ਕਰਨ ਦੇ ਜਿਹੜੇ ਉਹਨਾਂ ਦਾ ਦਿਲ ਹੁੰਦਾ ਕਿ ਜਿਹੜੇ 12-1 ਤੋਂ ਪਾਰ ਬਹਿਣ ਵਾਲੇ ਹੋਣ, ਫਿਰ ਉਹ ਕਬੂਤਰ 60 ਚੱਲ ਜਾਂਦੇ ਨੇ। ਅਤੇ ਜਿਹੜਾ ਕਬੂਤਰ ਜੇਠ ਵਿੱਚ 11-12 ਵਜੇ ਬਹਿ ਜਾਂਦਾ ਉਹ ਵਿਚਾਰਾ ਕਿਤਨੀਆਂ ਕੁ ਸੱਟਾਂ ਚੱਲੇਦਾ। ਇਸ ਗੱਲੇ ਕਬੂਤਰ ਦੇ ਵਿੱਚ ਆਪਣੀ ਪਰਵਾਜ਼ ਵੀ ਹੋਣੀ ਲਾਜ਼ਮੀ ਹੈ, ਨਾ ਕਿ ਜਿਹੜਾ ਤੁਸੀਂ ਛੜਾ ਨੁਸਖਿਆਂ ਦੇ ਕਬੂਤਰ ਨੂੰ ਚਲਾਓ ਜਾਂ ਬਿਲਕੁਲ ਹੀ ਉਸਤਾਦ ਦਾ ਹੀ ਸਿਰ ਫੜੀ ਰੱਖੋ ਕਿ ਉਸਤਾਦ ਜੀ ਇਹ ਨਹੀਂ ਹੋਇਆ ਅਤੇ ਉਹ ਨਹੀਂ ਹੋਇਆ ਅਤੇ ਕਬੂਤਰ ਸਾਡਾ ਇੰਜ ਨਹੀਂ ਜਿਹੜਾ ਤੁਸੀਂ ਨੁਸਖਾ ਦਿੱਤਾ ਕਬੂਤਰ ਇੰਜ ਹੋ ਗਿਆ। ਇਹ ਗੱਲ ਨਹੀਂ ਹੁੰਦੀ ਭਾਈ ਜੀ। ਪਹਿਲਾਂ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲ ਤੁਹਾਨੂੰ ਪਤਾ ਹੋਵੇ ਕਿ ਯਾਰ ਮੇਰਾ ਇਹ ਸਾਦਾ ਕਬੂਤਰ ਜਿਹੜਾ ਕੋਈ ਵੀ ਤੁਹਾਡੀ ਛੱਤ ਜਿਸ ਕਬੂਤਰ ਨੂੰ ਦਾਣਾ ਪਾਉਂਦੇ ਹੋ ਨਾ ਤੇ ਤੁਸੀਂ ਉਸ ਕਬੂਤਰ ਦੀ ਕਮ ਤੋਂ ਕਮ ਜੇਠ ਵੀ 6 ਘੰਟੇ ਪਰਵਾਜ਼ ਹੋਣੀ ਚਾਹੀਦੀ ਹੈ ਅਤੇ ਤਾਂ ਉਹ ਕਬੂਤਰ ਨੂੰ ਦਾਣਾ ਪਾਓ। ਵਰਨਾ ਜੇ ਤੁਸੀਂ ਇਹਦੇ ਤੋਂ ਘੱਟ ਵਾਲੇ ਕਬੂਤਰ ਨੂੰ ਜਿਹੜਾ ਜੇਠ ਨੂੰ 4-5 ਘੰਟੇ ਉੱਡਦਾ ਬੰਦਿਆਂ ਨੇ ਉਹ ਵੀ ਰੱਖੇ ਨੇ ਕਿਉਂਕਿ ਔਖੇ ਟਾਈਮ 'ਤੇ ਕੰਮ ਆ ਜਾਂਦੇ ਨੇ। ਮਗਰ ਮੇਰੇ ਹਿਸਾਬ ਨਾਲ ਜੇਕਰ ਤੁਸੀਂ ਛਾਂਟੀ ਮਾਰ ਕੇ ਰੱਖਣੀ ਹੋਵੇ ਨਾ ਅਤੇ ਜੇਠ ਵੀ ਜਿਹੜਾ ਕਬੂਤਰ ਤੁਹਾਡਾ 6 ਘੰਟੇ ਤੋਂ ਜ਼ਿਆਦਾ ਉੱਡੇ ਉਹ ਕਬੂਤਰ ਜਿਹੜਾ ਤੁਸੀਂ ਸਿਲੈਕਟ ਕਰੋ, ਨਹੀਂ ਤਾਂ ਭਾਈ ਜੀ ਜੇਠ ਦਾ ਸ਼ੌਕ ਕਰੋ ਜੀ। ਕਿਉਂਕਿ ਭਾਈ ਜੀ ਜੇਠ ਜਿਹੜਾ ਨਾ ਉਹ ਫਿਰ ਮੰਜੀ ਹੇਠ ਹੋ ਜਾਂਦਾ। ਸ਼ਿਕਾਰੀਆਂ ਦਾ ਪਤਾ ਬੜੇ ਬੜੇ ਮੰਜੀਆਂ ਦੇ ਥੱਲੇ ਮੈਂ ਬੜੇ ਤੱਕੇ ਨੇ 2026 ਵਿੱਚ, ਅਤੇ ਬਾਰਿਸ਼ ਤੇਜ਼ ਹੋ ਗਈ ਹੈ ਭਾਈ ਜੀ ਇਹ ਤੱਕੋ ਨਾ ਸਪੇਨ ਦਾ ਸੀਜ਼ਨ ਤੱਕੋ ਨਾ, ਅਤੇ ਬੜੇ ਬੜੇ ਸ਼ਿਕਾਰੀ ਜਿਹੜੇ ਨਾਲ ਮੈਂ ਗੱਲ ਕਰਦਾ ਪਿਆ ਜਿਹੜਾ ਉਹ ਮੈਂ ਮੰਜੀਆਂ ਹੇਠ ਜਿਹੜਾ ਨਾ ਉਹ ਬੜੇ ਤੱਕੇ ਨੇ ਜੇਠ ਦੇ ਵਿੱਚ। ਅਤੇ ਹਲੇ ਤਾਂ ਜੇਠ ਉਂਝ ਦਾ ਲੱਗਾ ਹੀ ਨਹੀਂ। ਜੇਠ ਹਲੇ ਆਹ ਹੀ ਅਕਤੂਬਰ ਹਾਰ ਦਾ, ਅਕਤੂਬਰ ਹਾਰ ਜੇਠ ਆਹ ਹੈ ਜਿਹੜਾ, ਅਤੇ ਇੱਕ ਦੋ ਫਿਰਤੂ ਦੀ ਗਰਮੀ ਹੋਈ ਸੀ ਤਾਂ ਉਦੋਂ ਹੀ ਜਨਾਬ ਮਨ ਕਬੂਤਰਾਂ ਸਾਰਿਆਂ ਦਾ ਵੀ ਪਤਾ ਲੱਗ ਗਿਆ ਅਤੇ ਸ਼ਿਕਾਰੀਆਂ ਸਾਰਿਆਂ ਦਾ ਵੀ ਪਤਾ ਲੱਗ ਗਿਆ ਵਾ ਕਿ ਮਾਮਲਾਤ ਨੇ ਅਤੇ ਕੀ ਹਿਸਾਬ ਕਿਤਾਬ ਹੈ। ਇਸ ਗੱਲੇ ਕਬੂਤਰ ਭਾਈ ਜੀ ਚੰਗਾ ਹੀ ਉੱਡਦਾ ਅਤੇ ਉਸਤਾਦ ਚੰਗਾ ਜਿਹੜਾ ਹੁੰਦਾ ਉਹ ਹੀ ਕਬੂਤਰ ਚੰਗਾ ਵੀ ਉਡਾ ਸਕਦਾ। ਜੇ ਚੰਗਾ ਕਬੂਤਰ ਹੋਵੇ ਅਤੇ ਉਸਤਾਦ ਚੰਗਾ ਨਾ ਹੋਵੇ ਤਾਂ ਕਬੂਤਰ ਫਿਰ ਵੀ ਨਹੀਂ ਉੱਡਦਾ। ਇਸ ਗੱਲੇ ਦੋਵੇਂ ਚੀਜ਼ਾਂ ਜਿਹੜੀਆਂ ਇਹਨੂੰ ਤੁਸੀਂ ਲਾਜ਼ਮੀ ਆਪਣੇ ਜ਼ਿਹਨ ਵਿੱਚ ਰੱਖਣੀਆਂ ਨੇ ਕਿ ਭਾਈ ਜੀ ਉਸਤਾਦ ਚੰਗਾ ਹੋਵੇ ਦਾ ਥੱਲੇ ਅਤੇ ਕਬੂਤਰ ਚੰਗਾ ਉੱਡੇ ਦਾ, ਤਾਂ ਹੀ ਚੰਗਾ ਕਬੂਤਰ ਉੱਡਦਾ ਅਤੇ ਤਾਂ ਹੀ ਚੰਗਾ ਕਬੂਤਰ ਰਹਿੰਦਾ। ਇੱਕ ਬੰਦੇ ਨੂੰ ਮਿਸਾਲ ਦੇ ਤੌਰ 'ਤੇ ਨਿੱਕੀ ਜਿਹੀ ਗੱਲ ਹੈ ਕਿ ਭਾਈ ਜੀ ਕਬੂਤਰ ਤੁਹਾਡੇ ਕੋਲ ਚੰਗੇ ਨੇ, ਤੁਹਾਨੂੰ ਕਬੂਤਰਾਂ ਦਾ ਪਤਾ ਹੀ ਨਹੀਂ, ਉਹਨਾਂ ਦਾ ਦਵਾਈ ਦਾਰੂ ਹੀ ਨਹੀਂ ਪਤਾ, ਤੁਸੀਂ ਤਾਂ ਨਸਲ ਬਣਾ ਹੀ ਨਹੀਂ ਸਕਦੇ ਜਾਂ ਤੁਸੀਂ ਅੱਗੇ ਜੋੜੇ ਲਾ ਹੀ ਨਹੀਂ ਸਕਦੇ, ਤੁਸੀਂ ਅੱਗੇ ਕਬੂਤਰਬਾਜ਼ ਸਾਰੀ ਜ਼ਿੰਦਗੀ ਨਹੀਂ ਬਣ ਸਕਦੇ। ਕਬੂਤਰ ਲੈਣ ਤੋਂ ਪਹਿਲਾਂ ਕਮ ਤੋਂ ਕਮ ਜਿਹੜਾ ਨਾ ਮੈਂ ਤੁਹਾਨੂੰ ਬਾਰ-ਬਾਰ ਸਾਰਿਆਂ ਵੀਰਾਂ ਨੂੰ ਆਣਾ ਕਿ ਕਬੂਤਰ ਲੈਣ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰਕੇ ਕਮ ਤੋਂ ਕਮ ਜਿਹੜਾ ਇਹ ਸਾਰਿਆਂ ਤੋਂ ਪਹਿਲਾਂ ਉਹਨਾਂ ਦੀ ਬਿਮਾਰੀ ਹਾਰੀ ਜਿਹੜੀ ਆ ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਬੂਤਰ ਬਿਮਾਰ ਹੋ ਜਾਏ ਅਤੇ ਅਸੀਂ ਇਹਨੂੰ ਠੀਕ ਇੰਝ ਕਰਨਾ। ਅਤੇ ਇਸ ਗੱਲੇ ਜਿਤਨੇ ਵੀ ਵੀਰ ਭਰਾਓ ਕੋਸ਼ਿਸ਼ ਕਰਕੇ ਇਹ ਰਿਕੁਐਸਟ ਹੈ ਤੁਹਾਡੇ ਨਾਲ, ਪੈਸੇ ਨਾਲ ਤੁਹਾਡੇ ਜ਼ਾਇਆ ਹੋਣ, ਚਲੋ ਕਮ ਤੋਂ ਕਮ ਤੁਹਾਨੂੰ ਹਲਕਾ ਫੁਲਕਾ ਜਿਹੜੀਆਂ ਮੇਨ ਬਿਮਾਰੀਆਂ ਹੁੰਦੀਆਂ ਨੇ, ਕਬੂਤਰ ਦਾ ਪੌਦਾ ਬੰਦ ਹੋ ਜਾਂਦਾ ਜਾਂ ਕਬੂਤਰ ਦੇ ਗੱਲੇ ਜ਼ਹਿਰਬਾਜ਼ ਹੋ ਜਾਂਦਾ, ਅੱਖਾਂ ਦਾ ਮਸਲਾ ਆ ਜਾਂਦਾ, ਕਬੂਤਰਾਂ ਨੂੰ ਫਾਲਜ ਹੋ ਜਾਂਦਾ, ਮਤਲਬ ਮੇਨ ਜਿਹੜੀਆਂ 6-7-8 ਬਿਮਾਰੀਆਂ ਨੇ ਤੁਸੀਂ ਕਮ ਤੋਂ ਕਮ ਉਹਨਾਂ 'ਤੇ ਰਿਕਵਰ ਕਰ ਲਓ ਅਤੇ ਫਿਰ ਤੁਸੀਂ ਇਹ ਹੁੰਦਾ ਕਿ ਕਬੂਤਰ ਤੁਸੀਂ ਬਚਾ ਲਓ ਅਤੇ ਆਪਣਾ ਫਿਰ ਤੁਹਾਡਾ ਪੈਸਾ ਜਿਹੜਾ ਉਹ ਜ਼ਾਇਆ ਨਹੀਂ ਹੋਣ ਲੱਗਾ। ਇਸ ਗੱਲੇ ਸਾਰਿਆਂ ਤੋਂ ਪਹਿਲਾਂ ਜਿਹੜਾ ਕਬੂਤਰ ਦੀ ਡਾਕਟਰੀ ਸੀ ਕੋ ਬਾਕੀ ਉਸਤਾਦੀਆਂ ਨੁਸਖੇ ਜਨਾਬ ਮਨ ਸਾਰੇ ਜਿਹੜੇ ਨੇ ਉਹ ਟਾਈਮ ਨਾਲ ਪੇ ਆਉਂਦੇ ਨੇ ਨਾਲੋਂ ਨਾਲ। ਅਤੇ ਚਲੋ ਠੀਕ ਹੈ ਵੀਡੀਓ, ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ। ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਫੀ ਮਾਨ ਲਾ ਜ਼ਿੰਦਗੀ ਅਤੇ ਮਿਲਾਂਗੇ ਅਗਲੀ ਵੀਡੀਓ। ਯਾਰ ਸਲਾਮਤ ਹੈ, ਸੋਬਤ ਬਾਕੀ।